ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 9th ਕਲਾਸ ਦੀ ਮੈਥ ਦੀ ਵਰਕਸ਼ੀਟ ਨੰਬਰ 6 ਸੋਲਵ ਕਰਵਾਵਾਂਗੀ। ਅੱਜ ਦਾ ਸਾਡਾ ਟੌਪਿਕ ਹੈ ਲਾਈਨਸ ਐਂਡ ਐਂਗਲਸ, ਰੇਖਾਵਾਂ ਅਤੇ ਕੋਣ। ਇਹ ਟੌਪਿਕ ਤੁਸੀਂ 5th ਸਟੈਂਡਰਡ ਤੋਂ ਪੜ੍ਹਦੇ ਆ ਰਹੇ ਹੋ। ਬਹੁਤ ਈਜ਼ੀ ਟੌਪਿਕ ਹੈ। ਥੋੜਾ ਜਿਹਾ ਅਸੀਂ ਰਿਵਾਈਜ਼ ਕਰ ਲੈਂਦੇ ਹਾਂ, ਫਿਰ ਅਸੀਂ ਵਰਕਸ਼ੀਟ ਨੂੰ ਸੋਲਵ ਕਰਾਂਗੇ। ਜਿਓਮੈਟਰੀ ਸਟਾਰਟ ਹੁੰਦੀ ਹੈ ਇੱਕ ਪੁਆਇੰਟ ਤੋਂ, ਇੱਕ ਛੋਟੇ ਜਿਹੇ ਨਿਸ਼ਾਨ ਤੋਂ, ਇੱਕ ਬਿੰਦੂ ਤੋਂ। ਉਹ ਨਿਸ਼ਾਨ ਹੈ ਇਹ ਵਾਲਾ ਜਿਹੜਾ ਮੈਂ ਸਕਰੀਨ ਦੇ ਉੱਪਰ ਲਗਾਇਆ ਹੈ, ਪੁਆਇੰਟ A। ਉਹਦਾ ਨਾਮ ਰੱਖਿਆ ਸੀ ਪੁਆਇੰਟ A। ਇਹ ਪੁਆਇੰਟ ਬੱਚਿਓ ਕੀ ਹੈ? ਇੱਕ ਛੋਟਾ ਜਿਹਾ ਨਿਸ਼ਾਨ ਹੈ, ਇੱਕ ਛੋਟਾ ਜਿਹਾ ਮਾਰਕ ਹੈ ਜਿਹੜਾ ਅਸੀਂ ਆਪਣੀ ਪੈਨਸਿਲ ਦੇ ਨਾਲ ਜਾਂ ਪੈਨ ਦੇ ਨਾਲ ਡਰਾ ਕਰ ਸਕਦੇ ਹਾਂ। ਹੁਣ ਮੈਂ 2 ਪੁਆਇੰਟਸ ਹੋਰ ਬਣਾ ਰਹੀ ਹਾਂ ਜਿਹਨੂੰ ਮਿਲਾ ਕੇ ਇੱਕ ਸਿੱਧੀ ਰੇਖਾ ਜਿਹੜੀ ਹੈ ਬਣਾਈ ਜਾ ਸਕਦੀ ਹੈ। ਕੋਈ ਵੀ 2 ਪੁਆਇੰਟਸ ਨੂੰ ਮਿਲਾ ਕੇ ਇੱਕ ਅਸੀਂ ਸਟ੍ਰੇਟ ਲਾਈਨ ਡਰਾ ਕਰ ਸਕਦੇ ਹਾਂ। ਇੱਕ ਹੋਰ ਮੈਂ ਡਾਇਗਰਾਮ ਬਣਾ ਰਹੀ ਹਾਂ D ਤੇ E ਵਾਲਾ। ਇਸ ਤੋਂ ਬਾਅਦ ਇੱਕ ਹੋਰ ਲਾਈਨ ਬੱਚੇ ਡਰਾ ਕਰ ਰਹੀ ਹਾਂ F ਤੇ G ਵਾਲੀ। ਇਹਨਾਂ ਤਿੰਨਾਂ ਦੇ ਵਿੱਚ ਅਸੀਂ ਡਿਫਰੈਂਸ ਪਤਾ ਕਰਾਂਗੇ। ਪਹਿਲੀ ਜਿਹੜੀ ਲਾਈਨ ਮੈਂ ਡਰਾ ਕੀਤੀ ਹੈ B ਤੇ C ਵਾਲੀ, ਉਹਦਾ ਸਾਨੂੰ ਨਾ ਤਾਂ ਸਟਾਰਟਿੰਗ ਪੁਆਇੰਟ ਪਤਾ ਆ, ਸਟਾਰਟ ਕਿੱਥੋਂ ਹੋਈ ਹੈ, ਐਂਡ ਕਿੱਥੇ ਹੋਈ ਹੈ, ਉਹਦਾ ਸਾਨੂੰ ਬਿਲਕੁਲ ਨਹੀਂ ਪਤਾ। ਜਿਹਦੀ ਅਸੀਮਤ ਲੰਬਾਈ ਹੈ ਉਸ ਦਾ ਨਾਮ ਹੈ ਲਾਈਨ ਜਾਂ ਰੇਖਾ। ਦੂਸਰਾ ਡਾਇਗਰਾਮ ਹੈ D ਤੇ E, ਜਿਹਦਾ ਸਟਾਰਟਿੰਗ ਪੁਆਇੰਟ ਵੀ ਸਾਨੂੰ ਪਤਾ ਹੈ, ਐਂਡ ਪੁਆਇੰਟ ਵੀ ਸਾਨੂੰ ਪਤਾ ਹੈ, ਮਤਲਬ ਇਹਨਾਂ ਦੀ ਸੀਮਿਤ ਲੰਬਾਈ ਹੁੰਦੀ ਹੈ। ਇਹਨੂੰ ਅਸੀਂ ਕਵਾਂਗੇ ਲਾਈਨ ਸੈਗਮੈਂਟ। ਸਾਡਾ ਚੈਪਟਰ ਨਾ ਰੇਖਾਵਾਂ ਤੇ ਕੋਣ। ਅਸੀਂ ਸਾਰੀਆਂ ਰੇਖਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਨੀ ਹੈ ਇਸ ਅਸਾਈਨਮੈਂਟ ਜਾਂ ਵਰਕਸ਼ੀਟ ਦੇ ਵਿੱਚ। ਹੁਣ ਦੇਖੋ, ਤੀਸਰੇ ਡਾਇਗਰਾਮ ਦੇ ਵਿੱਚ ਸਾਨੂੰ ਸਟਾਰਟਿੰਗ ਪੁਆਇੰਟ ਪਤਾ ਹੈ ਕਿ F ਹੈਗਾ ਆ, ਲੇਕਿਨ ਜਿਹੜੀ ਲਾਈਨ ਹੈ ਕਿੱਥੋਂ ਤੱਕ ਜਾ ਰਹੀ ਹੈ, ਆਹ ਸਕਰੀਨ ਤੋਂ ਹੀ ਬਾਹਰ ਹੋ ਗਈ, ਮਤਲਬ ਐਂਡ ਪੁਆਇੰਟ ਸਾਨੂੰ ਨਹੀਂ ਪਤਾ। ਇੱਕ ਇਹੋ ਜਿਹੀ ਲਾਈਨ ਜਿਹਦਾ ਸਟਾਰਟਿੰਗ ਪੁਆਇੰਟ ਤਾਂ ਪਤਾ ਹੋਵੇ ਲੇਕਿਨ ਐਂਡ ਪੁਆਇੰਟ ਨਾ ਪਤਾ ਹੋਵੇ, ਇਹਨੂੰ ਅਸੀਂ ਕਵਾਂਗੇ ਰੇ ਜਾਂ ਕਿਰਨ। ਲਾਈਨ ਸੈਗਮੈਂਟ ਨੂੰ ਪੰਜਾਬੀ 'ਚ ਕਵਾਂਗੇ ਅਸੀਂ ਰੇਖਾ ਖੰਡ। ਇਹ ਸੀਗੇ ਲਾਈਨਸ ਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ। ਹੁਣ ਅਸੀਂ ਐਂਗਲਸ ਦੇ ਬਾਰੇ ਦੇਖਦੇ ਹਾਂ। ਤੁਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਪੜ੍ਹਿਆ ਹੋਏਗਾ ਕਿ ਜਦੋਂ ਦੋ ਕਿਰਨਾਂ ਇੱਕ ਅੰਤ ਬਿੰਦੂ ਤੋਂ ਸਟਾਰਟ ਹੁੰਦੀਆਂ ਨੇ ਤਾਂ ਇੱਕ ਕੋਣ ਬਣਦਾ ਹੈ, ਐਂਗਲ ਬਣਦਾ ਹੈ। ਹੁਣ ਕੋਣ ਨੂੰ ਬਣਾਉਣ ਵਾਲੀਆਂ ਦੋਨੋਂ ਜਿਹੜੀਆਂ ਕਿਰਨਾਂ ਨੇ, ਕੋਣ ਦੀਆਂ ਭੁਜਾਵਾਂ ਜਾਂ ਉਹਨਾਂ ਨੂੰ ਸਾਈਡਸ ਜਾਂ ਆਰਮਸ ਕਹਿੰਦੇ ਨੇ, ਬਾਹਾਂ ਕਹਿੰਦੇ ਨੇ ਉਹਨਾਂ ਨੂੰ। ਤੇ ਇਹਨਾਂ ਦਾ ਜਿਹੜਾ ਇੱਕ ਸਾਂਝਾ ਬਿੰਦੂ ਹੁੰਦਾ, ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ P ਇੱਕ ਸਾਂਝਾ ਬਿੰਦੂ ਹੈ, ਉਹਨੂੰ ਅਸੀਂ ਸਿਖਰ, ਕੋਣ ਦਾ ਸਿਖਰ ਜਾਂ ਵਰਟੈਕਸ ਕਹਿੰਦੇ ਹਾਂ। ਹੁਣ ਬੱਚੇ ਕੋਣ ਦੇ ਵੀ ਵੱਖਰੀਆਂ ਵੱਖਰੀਆਂ ਟਾਈਪਸ ਹੁੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਥੋੜਾ ਰਿਵਾਈਜ਼ ਕਰਦੇ ਹਾਂ। ਟਾਈਪਸ ਆਫ ਐਂਗਲਸ। ਸਭ ਤੋਂ ਪਹਿਲੇ ਬੱਚੇ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਬਿਲਕੁਲ L ਸ਼ੇਪ ਦਾ ਐਂਗਲ ਹੁੰਦਾ ਹੈ, L ਸ਼ੇਪ ਸੈਕਿੰਡ ਨੰਬਰ ਵਾਲਾ, 90 ਡਿਗਰੀ ਦਾ ਐਂਗਲ ਹੋਵੇਗਾ, ਜਿਸ ਨੂੰ ਰਾਈਟ ਐਂਗਲ ਜਾਂ ਸਮਕੋਣ ਕਿਹਾ ਜਾਂਦਾ ਹੈ। ਜਿਹੜਾ ਕੋਣ 90 ਡਿਗਰੀ ਤੋਂ ਘੱਟ ਹੁੰਦਾ ਹੈ ਉਸ ਨੂੰ ਐਕਿਊਟ ਐਂਗਲ ਜਾਂ ਨਿਊਨ ਕੋਣ ਕਹਿੰਦੇ ਹਨ। ਇਸ ਦੀ ਵੈਲਿਊ 0 ਤੋਂ ਲੈ ਕੇ 90 ਦੇ ਵਿੱਚ ਹੁੰਦੀ ਹੈ, ਮਤਲਬ 0 ਤੋਂ ਵੱਡਾ ਤੇ 90 ਤੋਂ ਛੋਟਾ ਹੈ। ਉਸ ਤੋਂ ਬਾਅਦ ਆ ਜਾਂਦਾ ਅੱਗੇ ਔਬਟਿਊਜ਼ ਐਂਗਲ, ਅਧਿਕ ਕੋਣ, ਜਿਹਦੀ ਵੈਲਿਊ 90 ਤੋਂ ਜ਼ਿਆਦਾ ਪਰ 180 ਤੋਂ ਘੱਟ ਹੋਵੇ। ਮਤਲਬ 90 ਤੋਂ ਲੈ ਕੇ 180 ਡਿਗਰੀ ਦੇ ਵਿੱਚ ਵਾਲੇ ਕੋਣ ਨੂੰ ਅਧਿਕ ਕੋਣ ਜਾਂ ਔਬਟਿਊਜ਼ ਐਂਗਲ ਕਹਿੰਦੇ ਨੇ। ਉਸ ਤੋਂ ਬਾਅਦ ਸਟ੍ਰੇਟ ਐਂਗਲ, ਸਰਲ ਕੋਣ, ਜਿਹਦੀ ਐਗਜ਼ੈਕਟ ਵੈਲਿਊ 180 ਡਿਗਰੀ ਹੋਵੇ, ਸਰਲ ਕੋਣ। ਉਸ ਤੋਂ ਅਗਲਾ ਕੋਣ ਹੈ ਰਿਫਲੈਕਸ ਕੋਣ, ਰਿਫਲੈਕਸ ਐਂਗਲ, ਜਿਹਦੀ ਵੈਲਿਊ, ਜਿਹਦਾ ਐਂਗਲ 180 ਡਿਗਰੀ ਤੋਂ ਵੱਡਾ ਤੇ 360 ਡਿਗਰੀ ਤੋਂ ਛੋਟਾ ਹੋਵੇ। ਅਗਲਾ ਕੋਣ ਹੈ ਫੁੱਲ ਰੋਟੇਸ਼ਨ ਵਾਲਾ, ਪੂਰਨ ਕੋਣ, ਪੂਰਨ ਕੋਣ 360 ਡਿਗਰੀ ਦਾ। ਜਿਵੇਂ ਘੜੀ ਦੀ ਸੂਈ ਹੈ, ਇੱਕ ਟਾਈਮ ਮੰਨ ਲਓ 3 ਵਜੇ ਨੇ, ਫਿਰ ਜਦੋਂ ਪੂਰਾ ਚੱਕਰ ਕੱਟ ਕੇ ਉਹ ਸੂਈ ਫਿਰ 3 ਤੇ ਪਹੁੰਚੇਗੀ ਤੇ 360 ਡਿਗਰੀ ਦਾ ਕੋਣ ਬਣਾਵੇਗੀ, ਜਿਸ ਨੂੰ ਇੱਕ ਫੁੱਲ ਰੋਟੇਸ਼ਨ, ਪੂਰਾ ਚੱਕਰ ਜਾਂ ਪੂਰਨ ਕੋਣ ਕਹਿੰਦੇ ਹਨ।
ਇਹ ਸੀਗੀਆਂ ਟਾਈਪਸ ਆਫ ਐਂਗਲਸ ਜਿਨ੍ਹਾਂ ਨੂੰ ਤੁਸੀਂ ਐਜ਼ ਇਟ ਇਜ਼ ਯਾਦ ਰੱਖਣਾ ਆ। ਉਸ ਤੋਂ ਬਾਅਦ ਇਹਦੇ ਇਲਾਵਾ ਕੁਝ ਹੋਰ ਐਂਗਲਸ ਵੀ ਨੇ ਜਿਹੜੇ ਵਿੱਚ ਤੁਸੀਂ ਯਾਦ ਰੱਖਣੇ ਆ। ਦੋ ਕੋਨਾਂ ਦਾ ਜੋੜਾ ਜਿਨ੍ਹਾਂ ਦਾ ਜੋੜ ਪਲੱਸ ਕਰਕੇ 90 ਡਿਗਰੀ ਬਣੇ। ਕਿੰਨਾ? 90 ਡਿਗਰੀ। ਉਸ ਨੂੰ ਕਹਿੰਦੇ ਨੇ ਪੂਰਕ ਕੋਣ ਜਾਂ ਕੰਪਲੀਮੈਂਟਰੀ ਐਂਗਲਸ। ਜਿਨ੍ਹਾਂ ਕੋਨਾਂ ਦਾ ਜੋੜ, ਕੋਈ ਦੋ ਕੋਣ ਜਿਨ੍ਹਾਂ ਦਾ ਜੋੜ 180 ਡਿਗਰੀ ਬਣਦਾ ਹੈ ਉਸ ਨੂੰ ਸੰਪੂਰਕ ਕੋਣ ਜਾਂ ਸਪਲੀਮੈਂਟਰੀ ਐਂਗਲਸ ਕਹਿੰਦੇ ਹਨ। ਸੰਪੂਰਕ ਕੋਣ। ਦੋ ਲਾਈਨਾਂ ਜਦੋਂ ਆਪਸ ਦੇ ਵਿੱਚ ਇੱਕ ਪੁਆਇੰਟ ਦੇ ਉੱਪਰ ਕੱਟ ਰਹੀਆਂ ਨੇ ਉਹਨਾਂ ਨੂੰ ਕਾਟਵੀਂ ਰੇਖਾਵਾਂ ਜਾਂ ਇੰਟਰਸੈਕਟਿੰਗ ਲਾਈਨਸ ਆਖਦੇ ਹਨ। ਕੋਈ ਦੋ ਰੇਖਾਵਾਂ ਜਿਨ੍ਹਾਂ ਦੀ ਵਿਚਕਾਰਲੀ ਦੂਰੀ ਇੱਕ ਸਮਾਨ ਹੁੰਦੀ ਹੈ ਉਸ ਨੂੰ ਪੈਰਲਲ ਲਾਈਨਸ ਜਾਂ ਸਮਾਂਤਰ ਰੇਖਾਵਾਂ ਕਹਿੰਦੇ ਹਨ। ਦੋ ਕਾਟਵੀਆਂ ਰੇਖਾਵਾਂ ਦੇ ਆਮੋ ਸਾਹਮਣੇ ਵਾਲੇ ਕੋਣ ਸਿਖਰ ਸਨਮੁਖ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ। 30 ਡਿਗਰੀ ਦੇ ਸਾਹਮਣੇ ਵਾਲਾ 30 ਡਿਗਰੀ, 150 ਡਿਗਰੀ ਦੇ ਸਾਹਮਣੇ ਵਾਲਾ 150 ਡਿਗਰੀ ਦਾ। ਸਿਖਰ ਸਨਮੁਖ ਕੋਣ opposite angles equal। ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟ ਰਹੀ ਹੁੰਦੀ ਹੈ ਤੇ ਟੋਟਲ 8 ਤਰ੍ਹਾਂ ਦੇ ਕੋਣ ਬਣਦੇ ਨੇ। ਉਹ 8 ਤਰ੍ਹਾਂ ਦੇ ਕੋਣਾਂ ਦੇ ਵਿੱਚੋਂ ਜਿਹੜੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੇ ਨੇ ਉਹ ਸੰਗਤ ਕੋਣਾਂ ਦੇ ਜੋੜੇ ਨੇ। ਜਿਵੇਂ ਇਹ ਵਾਲਾ ਕੋਣ ਇਹਦੇ ਬਰਾਬਰ ਹੈ ਪਰਪਲ ਕਲਰ ਦਾ, ਰੈੱਡ ਵਾਲਾ ਵਿੱਚੋਂ ਰੈੱਡ ਦੇ ਬਰਾਬਰ ਆ ਰਿਹਾ ਹੈ, ਸੰਗਤ ਕੋਣਾਂ ਦਾ ਜੋੜਾ ਹੈ। ਔਰ ਇਹ ਵਾਲਾ ਕੋਣ ਇਸ ਕੋਣ ਦੇ ਬਰਾਬਰ ਹੈ ਗ੍ਰੀਨ ਵਾਲਾ, ਔਰ ਬਲੂ ਵਾਲਾ ਬਲੂ ਦੇ ਬਰਾਬਰ ਹੈ। ਮਤਲਬ ਇਹ ਸੰਗਤ ਕੋਣਾਂ ਦੇ ਜੋੜੇ ਹਨ ਜੋ ਆਪਸ ਵਿੱਚ ਬਰਾਬਰ ਹੁੰਦੇ ਹਨ। ਕੋਰਸਪੋਂਡਿੰਗ ਐਂਗਲਸ। ਇਸ ਡਾਇਗਰਾਮ ਦੇ ਵਿੱਚ ਅਸੀਂ ਦੇਖਾਂਗੇ ਇਕਾਂਤਰ ਅੰਦਰਲੇ ਕੋਣ, ਇਕਾਂਤਰ ਅੰਦਰਲੇ ਕੋਣ, ਇੰਟੀਰੀਅਰ ਐਂਗਲਸ, ਅਲਟਰਨੇਟ ਇੰਟੀਰੀਅਰ ਐਂਗਲਸ। ਇਹ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਇਸ ਡਾਇਗਰਾਮ ਦੇ ਵਿੱਚ ਅਸੀਂ ਦੇਖਾਂਗੇ ਅਲਟਰਨੇਟ ਐਕਸਟੀਰੀਅਰ ਐਂਗਲਸ, ਇਕਾਂਤਰ ਬਾਹਰੀ ਕੋਣ। ਇਹਨਾਂ ਦੀ ਵੈਲਿਊ ਵੀ ਇੱਕ ਦੂਸਰੇ ਦੇ ਬਿਲਕੁਲ ਬਰਾਬਰ ਹੁੰਦੀ ਹੈ। ਸੇਮ ਕਲਰ ਰਿਪਰੈਜ਼ੈਂਟ ਕਰ ਰਿਹਾ ਕਿ ਇਹ ਕੋਣ ਆਪਸ ਦੇ ਵਿੱਚ ਬਰਾਬਰ ਨੇ। ਕੋ ਇੰਟੀਰੀਅਰ ਐਂਗਲਸ, ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ ਹੋਏ ਅੰਦਰ ਵਾਲੇ ਕੋਣ। ਇਹਨਾਂ ਦੋਨਾਂ ਦਾ ਜੋੜ ਬੱਚਿਓ 180 ਡਿਗਰੀ ਦੇ ਬਰਾਬਰ ਹੁੰਦਾ ਹੈ। ਸਿਰਫ ਅੰਦਰ ਵਾਲੇ ਕੋਣਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੈ। ਜੋ ਇਸੇ ਨੌਲੇਜ ਨੂੰ ਹੁਣ ਅਸੀਂ ਆਪਣੀ ਵਰਕਸ਼ੀਟ ਦੇ ਵਿੱਚ ਫਿਲ ਕਰਾਂਗੇ। ਫਸਟ ਕੁਐਸਚਨ ਹੈ ਘੱਟੋ ਘੱਟ ਕਿੰਨੇ ਬਿੰਦੂਆਂ ਤੋਂ ਸਰਲ ਰੇਖਾ ਖਿੱਚੀ ਜਾ ਸਕਦੀ ਹੈ। ਤੇ ਬੱਚਿਓ ਘੱਟੋ ਘੱਟ ਸਾਨੂੰ ਕਿੰਨੇ ਪੁਆਇੰਟਸ ਚਾਹੀਦੇ ਨੇ? 2 ਪੁਆਇੰਟ ਚਾਹੀਦੇ ਨੇ ਸਿੱਧੀ ਰੇਖਾ ਡਰਾ ਕਰਨ ਵਾਸਤੇ। ਤੇ ਪਹਿਲੀ ਫਿਰ ਫਿਲਿਪਸ ਦੇ ਵਿੱਚ ਕੀ ਆ ਜਾਏਗਾ? ਖਾਲੀ ਥਾਂ ਦੇ ਵਿੱਚ 2 ਪੁਆਇੰਟਸ। ਸੈਕਿੰਡ ਹੈ ਖਾਲੀ ਥਾਵਾਂ ਭਰੋ। ਪਹਿਲੇ ਡਾਇਗਰਾਮ ਦੇ ਵਿੱਚ x ਲਿਖਿਆ ਹੋਇਆ ਹੈ, 90 ਤੋਂ ਘੱਟ ਹੈ ਤੇ ਨਿਊਨ ਕੋਣ ਜਾਂ ਐਕਿਊਟ ਐਂਗਲ ਲਿਖ ਦਿੱਤਾ। ਸੈਕਿੰਡ ਡਾਇਗਰਾਮ 'ਚ ਦੇਖੋ ਜਦੋਂ y ਦੀ ਵੈਲਿਊ ਐਗਜ਼ੈਕਟ 90 ਡਿਗਰੀ ਹੈ, ਕੋਣ ਦੀ ਵੈਲਿਊ 90 ਡਿਗਰੀ ਹੋਵੇ ਉਹਨੂੰ ਅਸੀਂ ਸਮਕੋਣ ਜਾਂ ਰਾਈਟ ਐਂਗਲ ਕਵਾਂਗੇ। ਸੋਹਣਾ ਸੋਹਣਾ ਤੁਸੀਂ ਆਪਣੀ ਵਰਕਸ਼ੀਟ ਤੇ ਲਿਖਣਾ ਆ। ਥਰਡ ਡਾਇਗਰਾਮ ਦੇਖੋ, ਉਹ ਵਾਲਾ ਕੋਣ ਜਿਹੜਾ 90 ਤੋਂ ਵੱਧ ਤੇ 180 ਤੋਂ ਘੱਟ ਹੋਵੇ ਉਸ ਨੂੰ ਅਧਿਕ ਕੋਣ ਕਹਿੰਦੇ ਹਨ। ਅਧਿਕ ਕੋਣ ਜਾਂ ਆਬਟਿਊਜ਼ ਐਂਗਲ। ਅਗਲਾ ਡਾਇਗਰਾਮ ਦੇ ਵਿੱਚ ਸਰਲ ਕੋਣ ਲਿਖਿਆ ਹੋਇਆ ਜਿਹੜਾ ਸਿੱਧਾ ਕੋਣ ਹੁੰਦਾ 180 ਡਿਗਰੀ ਵਾਲਾ। ਨੈਕਸਟ ਡਾਇਗਰਾਮ ਦੇ ਵਿੱਚ ਅਸੀਂ ਟੀ ਦੀ ਵੈਲਿਊ ਦੇਖਣੀ ਹੈ। ਔਰ ਟੀ ਕਿਹੜਾ ਕੋਣ ਹੈ? ਬਾਹਰ ਵਾਲਾ ਕੋਣ ਹੈ ਬੱਚਿਓ। ਤੇ ਬਾਹਰ ਵਾਲਾ ਕੋਣ ਕਿਹੜਾ ਹੈ? ਜਿਹਦੀ ਵੈਲਿਊ 180 ਤੇ 360 ਦੇ ਵਿਚਕਾਰ ਹੈ, ਜਿਸ ਨੂੰ ਅਸੀਂ ਰਿਫਲੈਕਸ ਐਂਗਲ ਕਹਿੰਦੇ ਹਾਂ। ਪੰਜਾਬੀ 'ਚ ਵੀ ਇਹਦਾ ਨਾਮ ਰਿਫਲੈਕਸ ਹੀ ਹੈ। ਲਾਸਟ ਡਾਇਗਰਾਮ ਦੇ ਵਿੱਚ ਪੂਰਾ ਕੋਣ ਦਿੱਤਾ ਹੋਇਆ 4 ਨੰਬਰ ਲਿਖਿਆ ਹੋਇਆ ਕਿ ਕੋਣ 4 ਜਿਹੜਾ ਉਹ 360 ਡਿਗਰੀ ਹੈ ਤੇ ਅਸੀਂ ਇਹਨੂੰ ਕਵਾਂਗੇ ਪੂਰਨ ਕੋਣ। ਹੋਲ ਐਂਗਲ, ਫੁੱਲ ਰੋਟੇਸ਼ਨ।
ਥਰਡ ਹੈ ਕੋਨ ਨੂੰ ਹਮੇਸ਼ਾ ਘੜੀ ਦੀ ਉਲਟ ਦਿਸ਼ਾ ਵਿੱਚ ਮਾਪਿਆ ਜਾਂਦਾ ਹੈ। ਵੀ ਕੈਨ ਮੇਜਰ ਐਂਗਲ ਇਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ, ਬਿਲਕੁਲ ਸਹੀ ਹੈ। ਜਿਹੜਾ ਕੋਨ ਹੈ ਕਿੱਥੋਂ ਸਟਾਰਟ ਹੁੰਦਾ ਹੈ, ਇੱਕ ਰੇ ਤੋਂ ਸਟਾਰਟ ਹੁੰਦਾ ਹੈ, ਔਰ ਰੇ ਕੋਈ ਵੀ ਦੋ ਰੇ ਜਦੋਂ ਇੱਕੋ ਪੁਆਇੰਟ 'ਤੇ ਮਿਲਦੀਆਂ ਨੇ ਉਦੋਂ ਐਂਗਲ ਬਣਦਾ ਹੈ, ਔਰ ਹਮੇਸ਼ਾ ਐਂਟੀ ਕਲੌਕਵਾਈਜ਼ ਹੀ ਲਿਆ ਜਾਂਦਾ ਹੈ। ਬਿਲਕੁਲ ਸਹੀ ਸਟੇਟਮੈਂਟ ਹੈ। ਅੱਗੇ ਕਰਦੇ ਹਾਂ ਫੋਰਥ ਕੁਐਸਚਨ। ਫੋਰਥ ਕੁਐਸਚਨ ਦੇ ਵਿੱਚ ਐਂਗਲਸ ਦਿੱਤੇ ਹੋਏ ਨੇ ਸਾਨੂੰ, ਜਿਵੇਂ ਪਹਿਲਾ ਡਾਇਗਰਾਮ ਹੈ ਐਕਸ ਅਤੇ ਵਾਈ। ਐਕਸ 40 ਡਿਗਰੀ ਦਿੱਤਾ ਹੈ, ਵਾਈ 50 ਡਿਗਰੀ ਹੈ। ਇਹਦੇ ਵਿੱਚ ਐਕਸ 40 ਡਿਗਰੀ ਹੋਵੇ, ਵਾਈ 50 ਡਿਗਰੀ ਹੋਵੇ, ਦੋਨਾਂ ਨੂੰ ਪਲੱਸ ਕਰਕੇ ਦੇਖੋ ਕੀ ਆ ਰਿਹਾ ਸਾਡੇ ਕੋਲ 90 ਡਿਗਰੀ। ਔਰ 90 ਡਿਗਰੀ ਜਦੋਂ ਦੋ ਕੋਣਾਂ ਦਾ ਜੋੜ 90 ਡਿਗਰੀ ਦਾ ਹੋਵੇ ਤਾਂ ਉਹਨਾਂ ਨੂੰ ਅਸੀਂ ਪੂਰਕ ਕੋਣ ਕਹਿੰਦੇ ਹਾਂ। ਪੂਰਕ ਕੋਣ ਜਾਂ ਕੰਪਲੀਮੈਂਟਰੀ ਐਂਗਲ। ਕੰਪਲੀਮੈਂਟਰੀ ਐਂਗਲਸ। ਨੈਕਸਟ ਦੇਖੋ, ਦੋ ਐਂਗਲ, ਇੱਕ ਐਕਸ ਹੈ ਇੱਕ ਵਾਈ ਹੈ, ਦੋਨਾਂ ਦਾ ਜੋੜ 180 ਡਿਗਰੀ ਹੋਵੇ ਤਾਂ ਉਹਨਾਂ ਨੂੰ ਅਸੀਂ ਸੰਪੂਰਕ ਕੋਣ ਕਵਾਂਗੇ। ਸੰਪੂਰਕ ਕੋਣ ਜਾਂ ਸਪਲੀਮੈਂਟਰੀ ਐਂਗਲ। ਸਪਲੀਮੈਂਟਰੀ ਐਂਗਲ। ਥਰਡ ਹੈ ਐਕਸ ਤੇ ਵਾਈ ਲਾਗੇ ਲਾਗੇ ਵਾਲੇ ਕੋਣ ਹੈ, ਲੇਕਿਨ ਇੱਕੋ ਲਾਈਨ ਦੇ ਉੱਪਰ ਬਣੇ ਹੋਏ ਨੇ, ਇਹਨਾਂ ਨੂੰ ਅਸੀਂ ਕਵਾਂਗੇ ਲੀਨੀਅਰ ਪੇਅਰ ਆਫ ਐਂਗਲਸ। ਇੰਗਲਿਸ਼ ਵਾਲੇ ਬੱਚੇ ਲਿਖੋਗੇ, ਇੰਗਲਿਸ਼ ਮੀਡੀਅਮ ਵਾਲੇ ਲੀਨੀਅਰ ਪੇਅਰ ਆਫ ਐਂਗਲ। ਔਰ ਦੂਸਰੇ ਬੱਚੇ ਲਿਖਣਗੇ ਰੇਖੀ ਜੋੜਾ, ਜਿਹੜਾ ਦੋ ਕੋਣਾਂ ਦਾ ਇਹੋ ਜਿਹਾ ਜੋੜਾ ਜਿਹੜਾ ਇੱਕ ਰੇਖਾ ਮਤਲਬ ਸਰਲ ਰੇਖਾ ਵਾਲੇ ਕੋਣ ਬਣਾ ਰਿਹਾ ਹੈ, ਇੱਕੋ ਰੇਖਾ ਤੇ ਦੋ ਕੋਣ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਰੇਖੀ ਜੋੜਾ। ਬੇਟਾ ਸਕਰੀਨ ਦੇ ਉੱਪਰ ਲਿਖਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਰਿਹਾ ਹੈ, ਤੁਸੀਂ ਸਹੀ ਤਰ੍ਹਾਂ ਲਿਖਣਾ ਆਪਣੀ ਕਾਪੀਜ਼ 'ਤੇ। ਰੇਖੀ ਜੋੜਾ। ਫੋਰਥ ਕੁਐਸਚਨ ਹੋ ਗਿਆ। ਨੈਕਸਟ ਅਸੀਂ ਕਰਾਂਗੇ ਹੁਣ ਫਿਫਥ ਕੁਐਸਚਨ। ਫਿਫਥ ਕੁਐਸਚਨ ਦੇ ਵਿੱਚ ਦੋ ਕਾਟਵੀਆਂ ਰੇਖਾਵਾਂ ਦਿੱਤੀਆਂ ਹੋਈਆਂ ਨੇ, ਪੀ ਅਤੇ ਕਿਊ ਕੋਣ ਬਰਾਬਰ ਦਿੱਤੇ ਹੋਏ ਹੈ, ਐਕਸ ਅਤੇ ਵਾਈ ਵੀ ਬਰਾਬਰ ਹੈ, ਅਤੇ ਇਹਨਾਂ ਨੂੰ ਕਿਹੜੇ ਕੋਣ ਕਵਾਂਗੇ? ਸਿਖਰ ਸਨਮੁਖ ਕੋਣ। ਔਰ ਜੋ ਆਪਸ ਵਿੱਚ ਬਰਾਬਰ ਹੁੰਦੇ ਨੇ। ਜਦੋਂ ਦੋ ਕਾਟਵੀਆਂ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਅਤੇ ਉਹਨਾਂ ਦੇ ਆਮੋ ਸਾਹਮਣੇ ਵਾਲੇ ਮਤਲਬ ਸਿਖਰ ਸਨਮੁਖ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਵਰਟੀਕਲੀ ਆਪੋਜ਼ਿਟ ਐਂਗਲ। vertically opposite angles। नेक्स्ट है सिक्स्थ क्वेश्चन। रेखा पी क्यू रेखा आर एस किहड़ियां रेखावां ने? काटवीं रेखावां। काटवीं रेखावां। इंटरसेक्टिंग लाइन्स। इंटरसेक्टिंग लाइन्स। अगे असीं 7th क्वेश्चन करांगे। 7th क्वेश्चन बच्चों ध्यान नाल देखना तुसीं। इहदे विच असीं दो समांतर रेखावां नूं जदों एक रेखा कटदी पई हुंदी है, ਜਿਹੜੇ 8 ਕੋਣ ਬਣਦੇ ਨੇ ਉਹਨਾਂ ਦੇ ਬਾਰੇ ਸਾਰੀ ਨੌਲੇਜ ਅਸੀਂ ਇੱਥੇ ਅਪਲਾਈ ਕਰਾਂਗੇ। ਫਸਟ ਹੈ ਸੰਗਤ ਕੋਣ ਕਿਹੜੇ ਹੁੰਦੇ ਨੇ। ਡਾਇਗਰਾਮ ਨੂੰ ਧਿਆਨ ਨਾਲ ਦੇਖੋ, ਇਹ 'ਚ ਸੰਗਤ ਕੋਣ ਕਿਹੜੇ ਕਿਹੜੇ ਹੈ। ਇੱਕ ਤਾਂ ਬੱਚਿਓ ਹੈਗਾ ਕੋਣ 1 ਤੇ ਕੋਣ 5, ਬਰਾਬਰ ਦੇ ਵਿੱਚ ਨਿਸ਼ਾਨ ਬਣਾ ਦੇਣਾ। 4 ਐਂਗਲਸ ਨੇ ਜਿਹੜੇ ਆਪਸ ਦੇ ਵਿੱਚ ਬਰਾਬਰ ਹੈ। ਸੰਗਤ ਕੋਣ 4, 2 ਨੰਬਰ ਜਿਹੜਾ ਆ ਉਹ 6 ਦੇ ਬਿਲਕੁਲ ਬਰਾਬਰ ਹੈ। ਉਸ ਤੋਂ ਬਾਅਦ 3 ਨੰਬਰ ਵਾਲਾ 8 ਦੇ ਸੰਗਤ ਕੋਣ ਹੈਗਾ ਔਰ ਇਹ ਬਰਾਬਰ ਹੋਵੇਗਾ।
ਕੋਣ 4 ਜਿਹੜਾ ਹੈ ਉਹ ਕੋਣ 7 ਦੇ ਬਰਾਬਰ ਹੈ ਜੋ ਕਿ ਸੰਗਤ ਕੋਣ ਹੈ। ਉਸ ਤੋਂ ਬਾਅਦ ਇਕਾਂਤਰ ਅੰਦਰਲੇ ਕੋਣ ਕਿਹੜੇ ਨੇ? ਇਕਾਂਤਰ ਅੰਦਰਲੇ ਕੋਣ ਇੱਕ ਹੈਗਾ ਬੱਚਿਓ ਐਂਗਲ 3 ਤੇ ਐਂਗਲ 5 ਜੋ ਆਪਸ ਵਿੱਚ ਬਰਾਬਰ ਹੁੰਦੇ ਨੇ। ਉਸ ਤੋਂ ਬਾਅਦ ਐਂਗਲ 4 ਤੇ ਐਂਗਲ 6। ਡਾਇਗਰਾਮ ਦੇ ਵਿੱਚ ਮੈਂ ਦੇਖ ਕੇ ਕਰ ਰਹੀ ਹਾਂ। ਡਾਇਗਰਾਮ ਦੇ ਵਿੱਚ 1 2 3 4 5 6 7 8 ਲਿਖਿਆ ਹੋਇਆ। ਸੰਗਤ ਕਿਹੜੇ ਕਿਹੜੇ ਨੇ ਉਹਨਾਂ ਦਾ ਅਸੀਂ ਨਾਮ ਲਿਖਣਾ ਹੈ। ਇਕਾਂਤਰ ਅੰਦਰਲੇ ਕੋਣ ਕਿਹੜੇ ਨੇ ਉਹਨਾਂ ਦਾ ਨਾਮ ਲਿਖ ਲਿਆ। ਹੁਣ ਅਸੀਂ ਲਿਖਾਂਗੇ ਇਕਾਂਤਰ ਬਾਹਰੀ ਕੋਣ ਕਿਹੜੇ ਹੈ। ਬਾਹਰ ਵਾਲੇ ਕਿਹੜੇ ਕਿਹੜੇ ਨੇ? ਇੱਕ ਹੈਗਾ ਬੱਚਿਓ ਕੋਣ 1 ਤੇ 8 ਜੋ ਆਪਸ ਵਿੱਚ ਬਰਾਬਰ ਹੋਏਗਾ। ਇੱਕ ਹੈਗਾ ਜੱਗੇ ਐਂਗਲ 2 ਇਜ਼ ਇਕੁਅਲ ਟੂ ਐਂਗਲ 3 ਦੇ 2 ਕਿਸੇ ਸਪੇਸ ਤੇ ਮੈਂ ਲਿਖ ਦਿੰਨੀ ਹਾਂ, ਇੱਥੇ ਲਿਖਦੀ ਹਾਂ। ਇੱਥੇ ਤੁਸੀਂ ਲਿਖਣਾ ਹੈ, ਇੱਕ ਲਾਈਨ ਲਗਾ ਦਿੰਨੀ ਹਾਂ, ਐਂਗਲ 2 ਔਰ ਐਂਗਲ 7 ਇਜ਼ ਇਕੁਅਲ ਟੂ ਐਂਗਲ 7। ਇਕਾਂਤਰ ਬਾਹਰਲੇ ਕੋਣ। ਲਾਸਟ ਹੈ ਕੋ ਇੰਟੀਰੀਅਰ ਐਂਗਲਸ। ਕਾਟਵੀਂ ਰੇਖਾ ਦੇ ਇੱਕ ਹੀ ਦਿਸ਼ਾ ਦੇ ਅੰਦਰਲੇ ਕੋਣ। ਤੇ ਉਹ ਬੱਚੇ ਕਿਹੜੇ ਕਿਹੜੇ ਹੈਗੇ ਆ? ਡਾਇਗਰਾਮ ਦੇ ਵਿੱਚ ਦੇਖੋ, ਇੱਕੋ ਦਿਸ਼ਾ ਵਾਲੇ 3 ਤੇ 6 ਵਾਲਾ, ਉਸ ਤੋਂ ਬਾਅਦ 4 ਤੇ 5, 1 3 ਤੇ 6। ਦੁਬਾਰਾ ਦੇਖ ਲਓ, ਕੋ ਇੰਟੀਰੀਅਰ ਐਂਗਲਸ ਕਿਹੜੇ ਨੇ? 3 ਤੇ 6, 3 ਕੌਮਾ ਪਾ ਕੇ ਲਿਖਾਂਗੇ ਕਿਉਂਕਿ ਬਰਾਬਰ ਨਹੀਂ ਹੁੰਦੇ, ਇਹਨਾਂ ਦਾ ਜੋੜ ਜਿਹੜਾ ਉਹ 180 ਡਿਗਰੀ ਦੇ ਬਰਾਬਰ ਹੈ, ਤੇ ਕੌਮਾ ਪਾ ਕੇ ਲਿਖਾਂਗੇ 3 ਤੇ ਐਂਗਲ 6 ਵਾਲਾ ਇੱਕ ਪੇਅਰ, ਔਰ ਦੂਸਰਾ 4 ਤੇ 5 ਐਂਗਲ 4 ਕੌਮਾ ਐਂਗਲ 5। ਕੋ ਇੰਟੀਰੀਅਰ ਐਂਗਲਸ, ਇੱਕੋ ਦਿਸ਼ਾ ਦੇ ਅੰਦਰਲੇ ਕੋਣ। ਨੈਕਸਟ ਕਰਾਂਗੇ ਅਸੀਂ 8th ਕੁਐਸਚਨ। 8th ਕੁਐਸਚਨ ਦੇ ਵਿੱਚ ਇੱਕ ਡਾਇਗਰਾਮ ਨੂੰ ਤੁਸੀਂ ਧਿਆਨ ਨਾਲ ਪਹਿਲੇ ਦੇਖਣਾ ਹੈ। ਡਾਇਗਰਾਮ ਦੇ ਵਿੱਚ ਕੀ ਹੈ ਕਿ ਇੱਕ PQ ਲਾਈਨ ਹੈ ਜੋ ST ਲਾਈਨ ਦੇ ਬਿਲਕੁਲ ਸਮਾਂਤਰ ਹੈ। ਡਾਇਗਰਾਮ 'ਚ ਵੀ ਸਾਨੂੰ ਦਿਖਾਈ ਦੇ ਰਹੀ ਹੈ, ਇੱਕ ਸਮਾਂਤਰ ਰੇਖਾ ਹੈ। ਉਸ ਤੋਂ ਬਾਅਦ PQR ਸਾਨੂੰ 110 ਡਿਗਰੀ ਦਿੱਤਾ ਹੋਇਆ ਹੈ। S ਜਿਹੜਾ ਕੋਣ ਹੈ ਉਹ 130 ਡਿਗਰੀ ਦਿੱਤਾ ਹੋਇਆ ਹੈ। ਅਸੀਂ ਫਾਈਂਡ ਆਊਟ ਕੀ ਕਰਨਾ ਹੈ? ਅਸੀਂ ਲੱਭਣਾ ਹੈ ਇਹ R ਵਾਲਾ ਕੋਣ। ਅਸੀਂ ਫਾਈਂਡ ਕਰਨਾ ਹੈ QRS, ਇਹ ਵਾਲਾ ਕੋਣ ਬੱਚਿਓ ਫਾਈਂਡ ਆਊਟ ਕਰਨਾ ਹੈ। ਇਹ ਵਾਲਾ ਇੱਥੇ ਮੈਂ ਥੋੜਾ ਡਾਰਕ ਕਰ ਦਿੰਨੀ ਆ। ਇਹ ਕੋਣ ਅਸੀਂ ਲੱਭਣਾ ਆ। ਸਭ ਤੋਂ ਪਹਿਲੇ ਡਰਾ ਕਰੋ ਇੱਕ ਲਾਈਨ R, ਉਹਦਾ ਨਾਮ ਰੱਖ ਲਓ R ਤੇ S ਰੱਖ ਲਓ, ਜਾਂ S ਆਲਰੇਡੀ ਹੈਗਾ ਤੇ ਤੁਸੀਂ R ਤੇ U ਰੱਖ ਲਓ। ST ਤੱਕ ਹੈਗਾ, ਅਗਲਾ ਅਕਸ਼ਰ U ਹੈ, U ਬਣਾ ਦਿਓ। ਅਸੀਂ ਕੀ ਕੀਤਾ, R ਤੋਂ ਲੈ ਕੇ ਅਸੀਂ ਡਰਾ ਕੀਤੀ ਇੱਕ ਲਾਈਨ, ਡਰਾ RU which is parallel to ST। ST ਦੇ ਬਿਲਕੁਲ ਸਮਾਂਤਰ ਇੱਕ ਲਾਈਨ ਬਣਾ ਲਈ। ਹੁਣ ਇਹਦਾ ਫਾਇਦਾ ਸਾਨੂੰ ਕੀ ਹੋਏਗਾ ਕਿ ਇਹਦਾ ਅਸੀਂ ਕੀ ਕਰਾਂਗੇ ਕਿ ਜਿਹੜਾ 130 ਡਿਗਰੀ ਹੈ, ਹੁਣ ਇੱਧਰ ਵਾਲਾ ਕੋਣ ਲੱਭਣਾ ਬਹੁਤ ਸੌਖਾ ਹੋ ਜਾਏਗਾ, ਕਿਉਂਕਿ ਅਗਰ ਅਸੀਂ ਇਸ ਲਾਈਨ ਨੂੰ ਵਧਾਵਾਂਗੇ, ਆ ਜਿਹੜੀਆਂ ਲਾਈਨ ਸਾਡੇ ਕੋਲ ਬਣੀਆਂ ਹੋਈਆਂ ਪਹਿਲੇ ਹੀ, S ਵਾਲੀ ਤੇ R ਵਾਲੀ ਲਾਈਨ ਨੂੰ ਅਗਰ ਅਸੀਂ ਵਧਾ ਦਿੱਤਾ ਤੇ ਇਹ ਜਿਹੜਾ 130 ਡਿਗਰੀ ਹੈ, ਆ ਜਿਹੜਾ ਬਾਹਰ ਵਾਲਾ ਕੋਣ ਹੈ 130 ਡਿਗਰੀ ਤੇ ਇੱਧਰ ਵਾਲਾ, ਇਹ ਕੀ ਬਣ ਗਏ ਕੋ ਇੰਟੀਰੀਅਰ ਐਂਗਲਸ। ਇਹਨਾਂ ਦੋਨਾਂ ਦਾ ਜੋੜ ਕੇ ਦੇ ਬਰਾਬਰ ਹੋਏਗਾ 180 ਦੇ ਬਰਾਬਰ। ਤੇ ਬੱਚਿਓ ਜੇ ਆ 130 ਹੈ ਤੇ ਫਿਰ ਇੱਧਰ ਕਿੰਨਾ ਰਹਿ ਜਾਏਗਾ? ਇੱਧਰ ਸਿਰਫ 50 ਡਿਗਰੀ ਰਹਿ ਜਾਏਗਾ, ਇੱਧਰ ਸਿਰਫ 50 ਡਿਗਰੀ ਰਹਿ ਗਿਆ ਸਾਡੇ ਕੋਲ। ਇੱਥੇ ਅਸੀਂ ਲਿਖ ਲੈਣਾ ਕਿ ਐਂਗਲ SRU ਬਰਾਬਰ ਹੈ 180 ਦੇ ਵਿੱਚੋਂ 130 ਮਾਈਨਸ ਕਰਕੇ 50 ਡਿਗਰੀ। ਨੈਕਸਟ ਦੇਖੋ, ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਇੱਕ ਹੋਰ ਲਾਈਨ ਅਸੀਂ ਦੇਖਾਂਗੇ ਕਿ ਜਿਹੜੀ PQ ਲਾਈਨ ਹੈ ਉਹ ਵੀ RU ਦੇ ਬਿਲਕੁਲ ਪੈਰਲਰ ਹੈ।
ਪਰਪਲ ਕਲਰ ਦੀ ਦੁਬਾਰਾ ਮੈਂ ਡਰਾ ਕਰ ਰਹੀ ਹਾਂ। ਹੁਣ ਤੁਸੀਂ ਇਹਦੇ ਵੱਲ ਫੋਕਸ ਕਰਨਾ ਹੈ। ਪੀ ਕਿਊ ਵਾਲੀ ਲਾਈਨ ਤੇ ਇਹ ਜਿਹੜੀ ਆਰ ਯੂ ਵਾਲੀ ਲਾਈਨ ਹੈ ਇਹ ਵੀ ਆਪਸ ਦੇ ਵਿੱਚ ਪੈਰਲਰ ਹੈਗੀਆਂ। ਜੇ ਇਹ ਪੈਰਲਰ ਹੈ ਤੇ ਕਿਊ ਆਰ ਲਾਈਨ ਇਹਨਾਂ ਨੂੰ ਕੱਟਦੀ ਪਈ ਹੈ, ਕਾਟਵੀਂ ਰੇਖਾ ਬਣ ਗਈ। ਤੇ 110 ਡਿਗਰੀ ਜਿਹੜਾ ਹੋਏਗਾ ਉਹ ਇਹ ਬਲੈਕ ਵਾਲਾ ਜਿਹੜਾ ਅਸੀਂ ਪਹਿਲੇ ਨਿਸ਼ਾਨ ਲਗਾਇਆ ਸੀ ਉਹਦੇ ਤੇ 50 ਦੇ ਪਲੱਸ ਕਰਨ ਤੋਂ ਬਾਅਦ ਵਾਪਿਸ ਆਏਗਾ ਸਾਨੂੰ। ਇਟ ਮੀਨਸ ਇਹ ਜਿਹੜਾ ਅੱਗੇ ਅਸੀਂ ਲਿਖਾਂਗੇ ਕਿ ਪੀ ਕਿਊ ਪੈਰਲਰ ਹੈ ਆਰ ਯੂ ਦੇ ਤੇ ਕਿਊ ਆਰ ਇੱਕ ਕਾਟਵੀਂ ਰੇਖਾ ਹੈ। ਕਾਟਵੀਂ ਰੇਖਾ ਹੈ। ਹੁਣ ਇਸ ਡਾਇਗਰਾਮ ਦੇ ਵਿੱਚ 110 ਡਿਗਰੀ ਜਾਂ x ਜਮਾ 50 ਡਿਗਰੀ, ਇਹਨੂੰ ਅਸੀਂ x ਮੰਨ ਲੈਂਦੇ ਹਾਂ। ਜਿਹੜਾ ਬਲੈਕ ਜਿਹਾ ਹਿੱਸਾ ਸੀ ਨਾ ਇਹਨੂੰ x ਮੰਨ ਲੈਂਦੇ ਆਪਾਂ। ਤੇ x ਦਾ ਤੇ 50 ਨੂੰ ਅਸੀਂ ਪਲੱਸ ਕਰਾਂਗੇ ਤੇ ਫਿਰ 110 ਡਿਗਰੀ ਬਣੇਗਾ ਜਾ ਕੇ। ਤੇ x ਦੀ ਵੈਲਿਊ ਕੱਢ ਲਓ। 110 ਵਿੱਚੋਂ 50 ਮਾਈਨਸ ਕੀਤੇ, ਇਹ ਆ ਗਿਆ 60 ਡਿਗਰੀ। ਇਟ ਮੀਨਸ ਜਿਹੜਾ ਅਸੀਂ QRS ਪਤਾ ਕਰਨਾ ਸੀਗਾ, QRS ਉਹਦੀ ਵੈਲਿਊ ਆ ਗਈ 60 ਡਿਗਰੀ। ਕਾਟਵੀਆਂ ਰੇਖਾਵਾਂ ਆਲਰੇਡੀ ਸੀਗੀਆਂ, ਸਮਾਂਤਰ ਰੇਖਾਵਾਂ ਸੀਗੀਆਂ, ਬਸ ਅਸੀਂ ਉਹਨਾਂ ਲਾਈਨਾਂ ਨੂੰ ਥੋੜ੍ਹਾ ਜਿਹਾ ਵਧਾ ਕੇ ਦੇਖ ਲਿਆ ਤੇ ਫਿਰ ਸਾਨੂੰ ਐਗਜ਼ੈਕਟ ਪਤਾ ਚੱਲ ਜਾਏਗਾ ਕਿ QRS ਜਿਹੜਾ ਉਹ ਕਿੰਨਾ ਐਂਗਲ ਬਣਿਆ, 60 ਡਿਗਰੀ ਦਾ ਐਂਗਲ। ਇਹਦੇ 'ਚ ਕਿਹੜਾ ਕਨਸੈਪਟ ਲਗਾਇਆ ਸੀ, ਕੋ ਇੰਟੀਰੀਅਰ ਐਂਗਲਸ ਵਾਲਾ। ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ ਹੋਏ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਉਹ ਵਾਲੇ ਕਨਸੈਪਟ ਨੂੰ ਅਸੀਂ ਇਸ ਕੁਐਸਚਨ ਦੇ ਵਿੱਚ ਯੂਜ਼ ਕੀਤਾ। ਲਿਖੋ ਸਾਰੇ ਬੱਚੇ। ਨੈਕਸਟ ਅਸੀਂ ਕਰਦੇ ਹਾਂ 9th ਕੁਐਸਚਨ। ਹੁਣ 9th ਕੁਐਸਚਨ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਇੱਕ ਹੀ ਕਨਸੈਪਟ ਦੇ ਵਿੱਚ ਸਾਰਾ ਕੁਐਸਚਨ ਜਿਹੜਾ ਉਹ ਖਤਮ ਕਰ ਦਈਏ। ਹੁਣ ਅਸੀਂ ਜਾਣਦੇ ਹਾਂ ਕਿ ਇਸ ਡਾਇਗਰਾਮ ਦੇ ਵਿੱਚ AB ਜਿਹੜਾ ਹੈ ਉਹ CD ਦੇ ਬਿਲਕੁਲ ਪੈਰਲਰ ਹੈ ਤੇ PQ ਜਿਹੜੀ ਹੈ ਉਹ ਕਾਟਵੀਂ ਰੇਖਾ ਹੈ। ਇਹਨੂੰ ਅਸੀਂ 2 ਸਟੈਪ 'ਚ ਕਰਾਂਗੇ। ਡਾਇਗਰਾਮ ਤੇ ਚੱਲਦੇ ਹਾਂ। AB ਇਹ ਵਾਲੀ ਲਾਈਨ ਹੈ, ਦੁਬਾਰਾ ਡਰਾ ਕਰ ਰਹੀ ਹਾਂ। CD ਇਹ ਵਾਲੀ ਲਾਈਨ ਹੈ, ਰੈਡ ਨਾਲ ਡਰਾ ਕੀਤੀ। PQ ਕਾਟਵੀਂ ਰੇਖਾ, ਸਿਰਫ ਇੱਥੇ ਫੋਕਸ ਕਰੋ। ਜਿਹੜਾ ਡਾਇਗਰਾਮ ਮੈਂ ਹੁਣ ਡਰਾ ਕੀਤਾ ਹੈ ਉਹਦੇ ਵੱਲ ਫੋਕਸ ਕਰਨਾ ਤੁਸੀਂ, ਦੂਸਰੀ ਚੀਜ਼ ਨਹੀਂ ਦੇਖਣੀ, ਸਿਰਫ ਰੈਡ ਲਾਈਨਾਂ ਦੇਖੋ। ਜੇ ਬੱਚਿਓ ਇੱਧਰ 50 ਡਿਗਰੀ ਵਾਲਾ ਕੋਣ ਹੈ ਤੇ x ਵੀ ਫਿਰ ਕਿੰਨਾ ਹੋਏਗਾ, 50 ਡਿਗਰੀ ਦਾ। ਇਹ ਕਿਹੜੇ ਕੋਣ ਹੋ ਗਏ, ਅਲਟਰਨੇਟ ਇੰਟੀਰੀਅਰ ਐਂਗਲਸ। ਇਕਾਂਤਰ ਅੰਦਰਲੇ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਨੇ ਤੇ x ਦੀ ਵੈਲਿਊ ਆ ਗਈ 50 ਡਿਗਰੀ। ਔਰ ਅਸੀਂ ਬ੍ਰੈਕਟ ਦੇ ਵਿੱਚ ਲਿਖਾਂਗੇ ਕਿਉਂਕਿ ਇਹ ਇਕਾਂਤਰ ਅੰਦਰਲੇ ਕੋਣ ਹਨ। ਇਕਾਂਤਰ ਅੰਦਰਲੇ ਕੋਣ। ਅਸੀਂ x ਤੇ y ਲੱਭਣਾ ਸੀਗਾ, x ਤਾਂ ਬੜੀ ਜਲਦੀ ਲੱਭ ਗਿਆ। ਇਕਾਂਤਰ ਅੰਦਰਲੇ ਕੋਣ ਜੋ ਕਿ ਆਪਸ ਵਿੱਚ ਬਰਾਬਰ ਹੁੰਦੇ ਨੇ। ਜੇ ਇੱਕ 50 ਡਿਗਰੀ ਦਾ ਤੇ ਫਿਰ ਦੂਸਰਾ ਵੀ x ਵੀ 50 ਡਿਗਰੀ ਦਾ ਹੋਏਗਾ। ਹੁਣ ਦੂਸਰਾ ਕਨਸੈਪਟ ਦੇਖੋ। ਹੁਣ ਮੈਂ ਡਾਇਗਰਾਮ ਨੂੰ ਥੋੜ੍ਹਾ ਜਿਹਾ ਚੇਂਜ ਕਰਨ ਲੱਗੀ ਹਾਂ। ਹੁਣ ਤੁਸੀਂ ਸਿਰਫ ਲਾਈਨਾਂ ਕਿਹੜੀਆਂ ਧਿਆਨ ਦੇਣੀਆਂ, ਬਲੂ ਕਲਰ ਦੀਆਂ। ਇੱਕ ਇਹ ਵਾਲੀ ਲਾਈਨ, 2 ਸਮਾਂਤਰ ਰੇਖਾਵਾਂ ਤੇ ਇਹਨਾਂ ਨੂੰ ਜਿਹੜੀ ਕਾਟਵੀਂ ਰੇਖਾ ਕੱਟਦੀ ਪਈ ਹੈ, ਇਹ ਵਾਲੀ ਕਾਟਵੀਂ ਰੇਖਾ ਇੱਧਰ ਵਾਲੀ, ਇਹਦੇ ਵੱਲ ਬੱਚਿਓ ਧਿਆਨ ਦਿਓ। ਹੁਣ ਇਹਦੇ ਵਿੱਚ ਫੋਕਸ ਕਰਾਂਗੇ ਆਪਾਂ। ਜਿਹੜਾ 50 ਤੇ y ਹੈ ਉਹ ਕਿਹਦੇ ਬਰਾਬਰ ਹੈ, 127 ਦੇ ਬਰਾਬਰ ਹੈ, ਕਿਉਂਕਿ ਇਹ ਵੀ ਕੀ ਹੋ ਗਏ, ਅਲਟਰਨੇਟ ਇੰਟੀਰੀਅਰ ਐਂਗਲਸ। ਹੁਣ ਫਿਰ AB ਜਿਹੜਾ ਹੈ ਉਹ ਪੈਰਲਰ ਲਾਈਨ ਹੈ CD ਦੇ, ਲੇਕਿਨ ਹੁਣ ਕਾਟਵੀਂ ਰੇਖਾ ਕਿਹੜੀ ਅਸੀਂ ਬਣਾ ਲਈ, P ਤੇ R। ਇੱਥੇ R ਸੀਗਾ। P ਤੇ R ਇੱਕ ਕਾਟਵੀਂ ਰੇਖਾ ਲਈ ਜਿਹਦੇ ਨਾਲ 50 ਡਿਗਰੀ ਵਾਲਾ ਕੋਣ ਤੇ y ਡਿਗਰੀ ਵਾਲਾ ਕੋਣ ਮਿਲਾ ਕੇ 127 ਡਿਗਰੀ ਬਣ ਰਿਹਾ ਹੈ। ਇੱਥੋਂ y ਦੀ ਵੈਲਿਊ ਆ ਗਈ 127 ਡਿਗਰੀ ਮਾਈਨਸ 50, 77 ਡਿਗਰੀ। x ਵੀ ਆ ਗਿਆ, y ਵੀ ਆ ਗਿਆ। ਦੋਨਾਂ ਦੀ ਵੈਲਿਊਜ਼ ਅਸੀਂ ਫਾਈਂਡ ਆਊਟ ਕਰ ਲਈ। ਇੱਕੋ ਕਨਸੈਪਟ ਨੂੰ ਯੂਜ਼ ਕੀਤਾ ਹੈ। ਕਾਟਵੀਂ ਰੇਖਾ ਦੇ ਇਕਾਂਤਰਲੇ ਅੰਦਰਲੇ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਨੇ। ਲਿਖੋ ਇਸ ਕੁਐਸਚਨ ਨੂੰ ਫਟਾਫਟ। ਹੁਣ ਨੈਕਸਟ ਕੁਐਸਚਨ ਕਰਾਂਗੇ
10th ਕੁਐਸਚਨ 10th ਕੁਐਸਚਨ ਦੇ ਵਿੱਚ ਜੇਕਰ ਦੋ ਰੇਖਾਵਾਂ ਪੀ ਕਿਊ ਅਤੇ ਆਰ ਐਸ ਪੁਆਇੰਟ ਟੀ 'ਤੇ ਕੱਟਦੀਆਂ ਨੇ, ਸਾਰੇ ਐਂਗਲ ਦਿੱਤੇ ਹੋਏ ਨੇ, ਆਰ ਐਂਗਲ, ਪੀ ਐਂਗਲ, ਐਸ ਐਂਗਲ, ਔਰ ਅਸੀਂ ਕਿਹੜਾ ਪਤਾ ਕਰਨਾ ਹੈ? ਆਹ ਵਾਲਾ ਐਂਗਲ ਅਸੀਂ ਪਤਾ ਕਰਨਾ ਹੈ, ਬਲੂ ਕਲਰ ਵਾਲਾ। ਇਹਦੇ ਵਿੱਚ ਅਸੀਂ ਕਨਸੈਪਟ ਯੂਜ਼ ਕਰਾਂਗੇ ਕਿ ਤਿਕੋਣ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਹੁਣ ਪਹਿਲੀ ਤਿਕੋਣ 'ਤੇ ਚੱਲਦੇ ਹਾਂ। ਪਹਿਲੀ ਟਰਾਇੰਗਲ ਹੈ ਪੀ ਆਰ ਟੀ, ਟਰਾਇੰਗਲ ਪੀ ਆਰ ਟੀ ਦੇ ਵਿੱਚ ਤਿੰਨਾਂ ਕੋਣਾਂ ਦਾ ਜੋੜ 40 ਡਿਗਰੀ, 95 ਡਿਗਰੀ ਅਤੇ ਤੀਸਰਾ ਐਂਗਲ ਅਸੀਂ ਐਕਸ ਮੰਨ ਲੈਂਦੇ ਹਾਂ। ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਉਹਨੂੰ ਅਸੀਂ ਐਕਸ ਲਿਖ ਲੈਂਦੇ ਹਾਂ। ਤਿੰਨਾਂ ਦਾ ਜੋੜ ਕਿਹਦੇ ਬਰਾਬਰ ਹੋਣਾ ਚਾਹੀਦਾ? 180 ਡਿਗਰੀ, ਕਿਉਂਕਿ ਟਰਾਇੰਗਲ ਦੇ ਅੰਦਰਲੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਹੁਣ 95 ਅਤੇ 40 ਨੂੰ ਪਲੱਸ ਕਰੀਏ, 135 ਆ ਗਿਆ। ਹੁਣ ਇਸ 135 ਨੇ ਦੂਸਰੇ ਪਾਸੇ ਜਾ ਕੇ ਰਾਈਟ ਹੈਂਡ ਸਾਈਡ 'ਚ ਜਾ ਕੇ 180 ਦੇ ਵਿੱਚੋਂ ਮਾਈਨਸ ਹੋਏਗਾ, ਮਾਈਨਸ 135 ਕਰਾਂਗੇ ਔਰ x ਦੀ ਵੈਲਿਊ ਆ ਜਾਏਗੀ, ਜਿਹੜਾ t ਵਾਲਾ x ਸੀਗਾ, 45 ਡਿਗਰੀ। ਹੁਣ ਦੇਖੋ ਜ਼ਰਾ ਧਿਆਨ ਨਾਲ, ਜੇ ਆਹ ਵਾਲੀ ਵੈਲਿਊ x ਦੀ 45 ਡਿਗਰੀ ਆ ਗਈ ਹੈ, ਇੱਥੇ 45 ਡਿਗਰੀ ਹੈ, x ਦੀ ਜਗ੍ਹਾ 'ਤੇ ਹੁਣ ਅਸੀਂ x ਕੱਟ ਹੀ ਦਿੰਦੇ ਹਾਂ। ਇੱਥੇ ਅਸੀਂ ਐਂਗਲ ਕਿੰਨਾ ਪਤਾ ਕਰ ਲਿਆ? 45 ਡਿਗਰੀ। ਅਤੇ ਬੱਚੇ ਫਿਰ ਆਹ ਵਾਲਾ ਐਂਗਲ ਵੀ ਕਿੰਨਾ ਆ ਗਿਆ? ਇਹ ਵੀ ਆ ਗਿਆ 45 ਡਿਗਰੀ, ਕਿਉਂਕਿ ਸਿਖਰ ਸਨਮੁਖ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਆ ਜਿਹੜੀਆਂ ਦੋ ਲਾਈਨਸ ਤੁਹਾਨੂੰ ਨਜ਼ਰ ਆ ਰਹੀਆਂ ਨੇ, ਇਹ ਕਾਟਵੀਂ ਰੇਖਾਵਾਂ ਨੇ। ਦੁਬਾਰਾ ਡਰਾ ਕਰਦੀ ਹਾਂ, ਇਹ ਹੈਗੀਆਂ ਨੇ ਕਾਟਵੀਆਂ ਰੇਖਾਵਾਂ। ਔਰ ਕਾਟਵੀਂ ਰੇਖਾਵਾਂ ਦੇ ਜੇ ਇੱਕ ਕੋਣ 45 ਡਿਗਰੀ ਹੈ ਅਤੇ ਇੱਧਰ ਵਾਲਾ ਕੋਣ ਵੀ ਕਿੰਨਾ ਹੋਏਗਾ? 45 ਡਿਗਰੀ ਦਾ। ਹੁਣ ਇਹੀ ਵਾਲੇ ਕਨਸੈਪਟ ਨੂੰ ਅਸੀਂ ਦੂਸਰੀ ਟਰਾਇੰਗਲ ਦੇ ਵਿੱਚ ਲਗਾ ਕੇ ਦੇਖਾਂਗੇ। ਦੂਸਰੀ ਟਰਾਇੰਗਲ ਕਿਹੜੀ ਹੈ? ਉਹਦਾ ਨਾਮ ਹੈ ਟਰਾਇੰਗਲ TSQ। ਇੱਕ ਪਾਸੇ 45 ਡਿਗਰੀ, ਇੱਕ ਪਾਸੇ 75 ਡਿਗਰੀ, ਔਰ ਤੀਸਰਾ ਕੋਣ ਕਿਊ ਕਹਿ ਲੈਂਦੇ ਹਾਂ। ਉਹਦਾ ਨਾਮ ਕਿਊ ਰੱਖ ਦਿੰਦੇ ਕਿਉਂਕਿ ਕਿਊ 'ਤੇ ਪੁਆਇੰਟ ਹੈ। ਔਰ ਤਿੰਨਾਂ ਦਾ ਜੋੜ ਵੀ ਕਿਹਦੇ ਬਰਾਬਰ ਹੋਵੇਗਾ? 180 ਡਿਗਰੀ ਦੀ। ਹੁਣ 75 ਅਤੇ 45 ਮਿਲ ਕੇ ਕੀ ਬਣ ਗਏ? 120 ਡਿਗਰੀ। ਕਿਊ ਨੂੰ ਉੱਥੇ ਲਿਖ ਲਿਆ, 180 ਨੂੰ ਵੀ ਇੱਥੇ ਰਹਿਣ ਦੇਣਾ, ਅਤੇ ਕਿਊ ਦੀ ਵੈਲਿਊ ਫਿਰ ਕਿੰਨੀ ਆ ਗਈ? ਐਂਗਲ ਕਿਊ ਜਿਹੜਾ ਹੈ ਉਹ 180 ਦੇ ਵਿੱਚੋਂ 120 ਮਾਈਨਸ ਕਰਾਂਗੇ ਔਰ ਆਏਗਾ 60 ਡਿਗਰੀ। ਦਿਸ ਇਜ਼ ਆਵਰ ਫਾਈਨਲ ਆਨਸਰ। SQT ਅਸੀਂ ਪਤਾ ਕਰਨਾ ਸੀਗਾ, ਜਿਹਦੀ ਵੈਲਿਊ ਆ ਗਈ 60 ਡਿਗਰੀ। ਇਹਦੇ ਵਿੱਚ ਕਿਹੜਾ ਕਨਸੈਪਟ ਲੱਗਿਆ ਬੱਚਿਓ? ਸਿਰਫ ਇੱਕ ਕਨਸੈਪਟ ਕੀ? ਟਰਾਇੰਗਲ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਆ, ਤੇ ਇੱਕ ਸਿਖਰ ਸਨਮੁਖ ਕੋਣ। ਦੋ ਕਨਸੈਪਟ। ਲਾਸਟ ਕੁਐਸਚਨ ਆਫ ਦਿਸ ਵਰਕਸ਼ੀਟ। ਤ੍ਰਿਭੁਜ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਸਿੱਧ ਕਰੋ। ਅਸੀਂ ਕੀ ਕਰਾਂਗੇ? ਸਭ ਤੋਂ ਪਹਿਲੇ ਇੱਕ ਡਾਇਗਰਾਮ ਡਰਾ ਕਰਾਂਗੇ। ਇੱਕ ਡਾਇਗਰਾਮ ਡਰਾ ਕੀਤਾ, ਉਹਦਾ ਨਾਮ ਰੱਖ ਲੈਂਦੇ ਹਾਂ PQR, ABC, ਕੁਝ ਵੀ ਰੱਖ ਸਕਦੇ ਹੋ। ਅੰਦਰਲੇ ਕੋਣ ਲਿਖ ਲਓ 1 2 3, ਕੋਈ ਵੀ ਇਹਨਾਂ ਦਾ ਨਾਮ ਰੱਖ ਦਿੰਦੇ ਹਾਂ। ਅਸੀਂ 1 2 3 ਰੱਖ ਲਿਆ। ਹੁਣ ਪਹਿਲਾ ਸਟੈਪ ਕੀ ਕਰਾਂਗੇ? ਇੱਕ ਅਸੀਂ ਆਪਣੇ ਕੋਲੋਂ ਇੱਕ ਟਰਾਇੰਗਲ ਬਣ ਗਈ, 1 2 3 ਕੋਣ ਆ ਗਏ। ਪਹਿਲਾ ਸਟੈਪ ਹੈ ਆਪਣੇ ਕੋਲੋਂ ਇੱਕ QR ਦੇ ਪੈਰਲਰ ਇੱਥੇ ਇੱਕ ਲਾਈਨ ਡਰਾ ਕੀਤੀ, ਜਿਹਦਾ ਨਾਮ ਰੱਖ ਲੈਂਦੇ ਹਾਂ X ਤੇ Y। ਪਹਿਲਾ ਸਟੈਪ ਕੀ ਲਿਖਾਂਗੇ? ਡਰਾ ਜਾਂ ਬਣਾਓ QR ਲਾਈਨ ਵਿਚ ਇਜ਼, ਅਸੀਂ ਲਿਖਾਂਗੇ ਡਰਾ XY ਲਾਈਨ, ਜੋ ਕਿ QR ਦੇ ਪੈਰਲਰ ਹੋਵੇ। ਹੁਣ ਅਸੀਂ ਆ ਵੀ ਚੀਜ਼ ਬੱਚਿਓ ਕੀਤੀ ਸੀਗੀ, ਇੱਕ ਲਾਈਨ ਹੈ X ਤੇ Y। ਹੁਣ ਇੱਕ ਲਾਈਨ ਤੇ ਤਿੰਨ ਕੋਣ ਬਣੇ ਹੋਏ ਨੇ,
ਇਹਦਾ ਅਸੀਂ ਨਾਮ ਰੱਖ ਲੈਂਦੇ ਹਾਂ 4 ਨੰਬਰ, ਇਹਦਾ ਅਸੀਂ ਰੱਖ ਲੈਂਦੇ ਹਾਂ 5 ਨੰਬਰ। ਹੁਣ ਐਂਗਲ 4, ਐਂਗਲ 1 ਤੇ ਐਂਗਲ 5 ਇਹ ਇੱਕੋ ਲਾਈਨ ਦੇ ਉੱਪਰ ਬਣੇ ਹੋਏ ਕੋਣ ਨੇ, ਐਕਸ ਵਾਈ ਲਾਈਨ ਤੇ ਬਣੇ ਹੋਏ ਨੇ, ਤੇ ਇਹਨਾਂ ਦਾ ਜੋੜ ਕਿੰਨਾ ਹੋਏਗਾ 180 ਡਿਗਰੀ। ਹੁਣ ਧਿਆਨ ਨਾਲ ਦੇਖੋ ਕਿ ਜਿਹੜਾ x ਤੇ y ਨੂੰ ਮੈਂ ਦੁਬਾਰਾ ਡਰਾ ਕਰਨ ਲੱਗੀ ਹਾਂ ਬਲੈਕ ਦੇ ਨਾਲ। x ਤੇ y ਦੋ ਪੈਰਲਲ ਲਾਈਨਸ ਨੇ, ਸਮਾਂਤਰ ਰੇਖਾਵਾਂ। ਆ ਜੇਕਰ ਹੋਏ ਇਹਦੀ ਕਾਟਵੀਂ ਰੇਖਾ, ਇਹ ਵਾਲੀ ਕਾਟਵੀਂ ਰੇਖਾ। ਹੁਣ ਦੇਖੋ ਐਂਗਲ 4 ਜਿਹੜਾ ਹੈ ਉਹ ਕਿਹਦੇ ਬਰਾਬਰ ਹੋਵੇਗਾ, ਇਹ ਵਾਲਾ ਐਂਗਲ ਕਿਹਦੇ ਬਰਾਬਰ ਹੋ ਗਿਆ, ਐਂਗਲ 2 ਦੇ। ਇਹਦਾ ਮਤਲਬ ਜਿੱਥੇ ਅਸੀਂ 4 ਲਿਖਿਆ ਹੈ ਉੱਥੇ ਹੁਣ ਅਸੀਂ ਕੀ ਲਿਖਾਂਗੇ, ਐਂਗਲ 2। ਹੁਣ ਦੂਸਰੇ ਪਾਸੇ ਚੱਲਦੇ ਹਾਂ, ਥੋੜਾ ਕਲਰ ਚੇਂਜ ਕਰਦੇ ਹਾਂ। ਫਿਰ ਇਹੀ ਲਾਈਨ ਹੈ, ਇਹ ਰੈੱਡ ਵਾਲੀ ਲਾਈਨ ਉੱਪਰ ਵਾਲੀ ਔਰ ਇਹ ਹੇਠਾਂ ਵਾਲੀ, ਔਰ ਹੁਣ ਇਹ ਵਾਲੀ ਕਾਟਵੀਂ ਰੇਖਾ ਬਣਾ ਲੈਂਦੇ ਹਾਂ। ਹੁਣ ਦੇਖੋ ਆ ਜਿਹੜਾ ਐਂਗਲ 5 ਹੈ ਇਹ ਕਿਹਦੇ ਬਿਲਕੁਲ ਬਰਾਬਰ ਹੋਏਗਾ, ਇਕਾਂਤਰ ਕੋਣ ਆਪਣੇ ਦੇ ਬਰਾਬਰ ਹੋਏਗਾ। ਉਹ ਕੀ ਹੈ, ਤੀਸਰਾ। ਮਤਲਬ 5 ਦੀ ਜਗ੍ਹਾ ਤੇ ਅਸੀਂ ਕੀ ਲਿਖ ਦੇਣਾ, ਐਂਗਲ 3। ਐਂਗਲ 1 ਨੂੰ ਅਸੀਂ ਐਂਗਲ 1 ਹੀ ਰਹਿਣ ਦੇਣਾ। ਹੁਣ ਤਿੰਨਾਂ ਕੋਣਾਂ ਦਾ ਜੋੜ ਦੇਖੋ ਕੀ ਬਣ ਗਿਆ, 180 ਡਿਗਰੀ। 1 ਇੱਧਰ ਲਿਖ ਲਓ, ਫਿਰ 2 ਲਿਖ ਲਓ, ਫਿਰ 3 ਲਿਖ ਲਓ, ਤੇ ਤਿੰਨਾਂ ਕੋਣਾਂ ਦਾ ਜੋੜ ਬਣ ਗਿਆ 180 ਡਿਗਰੀ। ਅਸੀਂ ਇਸ ਤਰ੍ਹਾਂ ਪ੍ਰੂਵ ਕਰ ਸਕਦੇ ਹਾਂ ਕਿ ਸਮ ਆਫ ਇੰਟੀਰੀਅਰ ਐਂਗਲਸ ਆਫ ਦਾ ਟਰਾਇੰਗਲ ਇਜ਼ 180 ਡਿਗਰੀ। ਬੱਚਿਓ ਇਹ ਸੀਗੀ ਅੱਜ ਦੀ ਸਾਡੀ ਵਰਕਸ਼ੀਟ। ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ, ਜਿਹਦੇ ਵਿੱਚ ਅਸੀਂ 7th ਵਰਕਸ਼ੀਟ ਨੂੰ ਸੋਲਵ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ।